ਮੈਂ ਆਲੀਸ਼ਾ ਕੌਸ਼ਿਕ ਤੇ ਅੱਜ ਸਾਡੇ ਸਟੂਡੀਓ ਵਿੱਚ ਸਾਡੇ ਬਹੁਤ ਹੀ ਖਾਸ ਮਹਿਮਾਨ ਜੈਸਮੀਨ ਤੇ ਪ੍ਰਭਵ ਆਏ ਨੇ। ਜੈਸਮੀਨ ਤੇ ਪ੍ਰਭਵ ਬਾਰੇ ਦੱਸ ਦਈਏ ਕਿ CBSE ਬੋਰਡ ਦੇ ਪਟਿਆਲਾ ਡਿਸਟ੍ਰਿਕਟ ਦੇ 3rd ਪੋਜੀਸ਼ਨ ਹਾਸਿਲ ਕਰਨ ਵਾਲੇ 99.4% ਮਾਰਕਸ ਦੇ ਨਾਲ ਇਹਨਾਂ ਬੱਚਿਆਂ ਨੇ ਇਹ ਮੁਕਾਮ ਹਾਸਿਲ ਕੀਤਾ ਹੈ। ਇਹਨਾਂ ਦਾ ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ ਵਿੱਚ। ਜੈਸਮੀਨ, ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਡੇ ਨਾਲ ਹੈ ਕਿ ਪਹਿਲਾਂ ਤਾਂ ਆਪਣੇ ਬਾਰੇ ਦੱਸੋ, ਸਾਨੂੰ ਕੁਝ ਸਾਡੇ ਸਰੋਤਿਆਂ ਨੂੰ ਆਪਣੇ ਬਾਰੇ ਦੱਸੋ। ਮੇਰਾ ਨਾਮ ਜੈਸਮੀਨ ਹੈ ਤੇ ਮੈਂ 10th ਆ ਲੇਡੀ ਆਫ ਫਾਤਿਮਾ ਤੋਂ ਕੀਤੀ ਹੈ। ਐਂਡ ਅਬਾਊਟ ਮਾਈ ਸਟੱਡੀ ਆਈ ਸਿਕਿਉਰ 99.4%। ਤੇ ਸਟੱਡੀ ਤੁਸੀਂ 99.4% ਮਾਰਕਸ ਆਪਣੇ 10th ਕਲਾਸ ਵਿੱਚ ਸਕੋਰ ਕੀਤੇ ਨੇ, ਤਾਂ ਇਹਦੇ ਪਿੱਛੇ ਸਭ ਤੋਂ ਵੱਡਾ ਕੁਐਸਚਨ ਮੇਰਾ ਇਹੀ ਹੈ ਕਿ ਤੁਹਾਡੇ ਜਿਹੜੇ ਸਟੱਡੀ ਦੇ ਆਵਰਸ ਸੀਗੇ, ਕਿੰਨੇ ਘੰਟੇ ਤੁਸੀਂ ਪੜ੍ਹਾਈ ਕੀਤੀ ਹੈ ਇਹ ਮੁਕਾਮ ਹਾਸਿਲ ਕਰਨ ਲਈ? ਸੈਲਫ ਸਟੱਡੀ ਵਿਲ ਬੀ 3 to 4 hours ਐਂਡ ਦੈਨ ਟਿਊਸ਼ਨ ਕੇ ਲਈ 2.5 hours। ਸੈਲਫ ਸਟੱਡੀ 3 ਤੋਂ 4 ਘੰਟੇ ਤੁਸੀਂ ਸੈਲਫ ਸਟੱਡੀ ਕੀਤੀ ਹੈ। ਤੇ ਪ੍ਰਭਵ ਤੁਸੀਂ? ਮੈਂ ਵੀ 3 to 4 hours ਕੀਤੀ ਹੈ ਕਿਉਂਕਿ ਮੇਰਾ ਇੰਸਟੀਟਿਊਟ ਵੀ ਹੁੰਦਾ ਸੀਗਾ ਤਾਂ ਇਸ ਲਈ ਟਾਈਮ ਮੈਨੇਜ ਕਰਨਾ ਵੀ ਥੋੜ੍ਹਾ ਚੈਲੰਜਿੰਗ ਰਹਿੰਦਾ ਸੀਗਾ, ਤਾਂ ਮੈਂ ਮੈਨੇਜ ਕਰ ਲੈਂਦਾ ਸੀ ਪਰ 3 to 4 hours। ਤੇ ਕੀ ਤੁਹਾਡੀ ਦੋਨਾਂ ਦੀ ਇਸ ਤੋਂ ਇਲਾਵਾ ਕੋਈ ਹੌਬੀ ਵੀ ਸੀਗੀ ਵੀ ਜਿਵੇਂ ਤੁਸੀਂ 3 ਤੋਂ 4 ਘੰਟੇ ਜੇ ਪੜ੍ਹਾਈ ਨੂੰ ਦੇ ਰਹੇ ਹੋ ਤਾਂ ਉਸ ਤੋਂ ਇਲਾਵਾ 2 ਤੋਂ 2.5 ਘੰਟੇ ਤੁਸੀਂ ਆਪਣੇ ਇੰਸਟੀਟਿਊਟ 'ਚ ਜਾਂ ਟਿਊਸ਼ਨ 'ਤੇ ਵੀ ਲਗਾ ਰਹੇ ਹੋ, ਉਸ ਤੋਂ ਇਲਾਵਾ ਜਿੰਨਾ ਵੀ ਟਾਈਮ ਬਚਦਾ ਹੈ ਉਹਦੇ ਵਿੱਚ ਕੋਈ ਹੋਰ ਹੌਬੀ, ਕੋਈ ਰੀਕ੍ਰੀਏਸ਼ਨਲ ਐਕਟੀਵਿਟੀ ਇੱਦਾਂ ਦਾ ਵੀ ਕੁਝ ਤੁਸੀਂ ਕਰਦੇ ਸੀ? ਹਾਂਜੀ, ਜਿਵੇਂ ਸਕੂਲ 'ਚ ਕਾਫੀ ਸਾਰੀ ਐਕਟੀਵਿਟੀਜ਼ ਹੁੰਦੀ ਸੀ ਤਾਂ ਮੇਰਾ ਮੋਸਟਲੀ ਡਾਂਸ ਵਿੱਚ ਸੀਗਾ, ਆਰਟ ਐਂਡ ਕਰਾਫਟ ਦੇ ਵਿੱਚ ਸੀਗਾ, ਤਾਂ ਮੈਂ ਕਾਫੀ ਸਾਰੀ ਐਕਟੀਵਿਟੀਜ਼ ਕੀਤੀਆਂ ਉਸ ਦੇ ਵਿੱਚ। ਕਾਫੀ ਕ੍ਰੀਏਟਿਵ ਇਨਸਾਨ ਹੋ ਮਤਲਬ ਤੁਸੀਂ। ਤੇ ਆਰਟ ਐਂਡ ਕਰਾਫਟ ਵਿੱਚ ਮਤਲਬ ਕਿਵੇਂ ਦਾ ਰੁਝਾਨ ਹੈ ਤੁਹਾਡਾ? ਮੇਨਲੀ ਮੈਂ ਕਰਾਫਟ ਕਰ ਸਕਦੀ ਹਾਂ ਐਂਡ ਲਾਈਕ ਡਰਾਇੰਗ, ਪੇਂਟਿੰਗ, ਇਹ ਸਭ ਕੁਝ ਚਲਦਾ ਹੈ। ਤੇ ਕਦੇ ਉਸ ਫੀਲਡ ਬਾਰੇ ਨਹੀਂ ਸੋਚਿਆ ਹੈਗਾ ਤੁਸੀਂ ਵੀ ਉਹਨੂੰ ਵੀ ਪਰਸਿਊ ਕੀਤਾ ਜਾ ਸਕਦਾ ਕਿਉਂਕਿ ਤੁਹਾਡੀ ਹੌਬੀ ਹੈ ਤੇ ਤੁਹਾਡਾ ਇੰਟਰਸਟ ਵੀ ਉਹਦੇ ਵਿੱਚ? बट मैं उसको एक हॉबी रखना चाहती हूँ। आगे जाकर अगर हुआ तो प्रोफेशनल ज़्यादा नहीं करना चाहती। ਤੇ ਪ੍ਰਭਵ ਤੁਸੀਂ? ਮੇਰੀ ਜੋ ਸਕੂਲ 'ਚ ਹੌਬੀ ਹੁੰਦੀ ਸੀ ਮਤਲਬ ਫੁੱਟਬਾਲ ਸਪੋਰਟ ਸੀਗੀ, ਪਰ ਮੈਂ ਫੁੱਟਬਾਲ ਨੂੰ ਐਜ਼ ਅ ਕਦੇ ਆਕਿਊਪੇਸ਼ਨ ਨਹੀਂ ਸਮਝਿਆ ਕਿਉਂਕਿ ਫੁੱਟਬਾਲ ਮਤਲਬ ਐਜ਼ ਅ ਹੌਬੀ ਰੱਖੀ ਮੈਂ, ਕਿਉਂਕਿ ਜੋ ਮੇਰਾ ਮੇਨ ਡ੍ਰੀਮ ਸੀਗਾ ਉਹ ਹੈ ਇੰਜੀਨੀਅਰਿੰਗ ਹੀ ਹੈ। ਓਕੇ, ਇੰਜੀਨੀਅਰਿੰਗ ਹੈ। ਤੇ ਕੀ ਇੰਸਪੀਰੇਸ਼ਨ ਹੈ ਤੁਹਾਡੀ ਵੀ ਇੰਜੀਨੀਅਰਿੰਗ ਹੀ ਕਿਉਂ ਚੂਜ਼ ਕੀਤਾ ਤੁਸੀਂ? ਇੰਜੀਨੀਅਰਿੰਗ ਐਜ਼ ਅ ਜੌਬ ਇੱਕ ਬਹੁਤ ਵਧੀਆ ਫੀਲਡ ਹੈ ਕਿਉਂਕਿ ਮੇਰਾ ਖੁਦ ਦਾ ਬ੍ਰਦਰ ਵੀ ਇੰਜੀਨੀਅਰਿੰਗ ਕਰ ਚੁੱਕਿਆ ਹੈ ਐਂਡ ਹੀ ਇਜ਼ ਮਾਈ ਇੰਸਪੀਰੇਸ਼ਨ। ਤਾਂ ਤੁਸੀਂ ਉਹਦੇ ਹੀ ਫੁੱਟਸਟੈਪਸ 'ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋ ਜੀ। ਤੇ ਜੈਸਮੀਨ, ਤੁਹਾਡਾ ਕੀ ਗੋਲ ਹੈ ਅੱਗੇ? मेरे इंस्पिरेशन मेरे चाचू से है, वो सीए हैं तो मैंने भी सीए बनना है। ਓਕੇ, ਬੜੀ ਵਿਲੱਖਣ ਜੀ ਗੱਲ ਹੈ ਇਹ ਕਿ ਇੱਕ ਟੌਪਰ ਇਹ ਸੋਚ ਰਿਹਾ ਵੀ ਅਸੀਂ ਕਾਮਰਸ ਫੀਲਡ ਵਿੱਚ ਜਾਣਾ ਹੈ, ਇਹਦੇ ਪਿੱਛੇ ਕੀ ਕਾਰਨ ਹੈ? मेरा इंटरेस्ट ही एक्चुअली मैथ्स में है। सीए इज ऑल अबाउट अकाउंट्स एंड मैथ्स एंड ऑल दैट थिंग्स एंड आगे जाके एक्चुअली भी काफ़ी अच्छी स्ट्रीम है। ਤੇ ਜਿਵੇਂ ਪ੍ਰਭਵ ਤੁਸੀਂ ਦੱਸਿਆ ਵੀ ਤੁਸੀਂ 3 ਤੋਂ 4 ਘੰਟੇ ਪੜ੍ਹਾਈ ਨੂੰ ਦਿੰਦੇ ਸੀਗੇ, ਟਿਊਸ਼ਨਸ ਵਗੈਰਾ ਜਾਂਦੇ ਸੀ, ਤਾਂ ਤੁਹਾਨੂੰ ਕਦੇ ਐਵੇਂ ਨਹੀਂ ਲੱਗਿਆ ਵੀ ਜਿਵੇਂ ਨਾਲ ਦੇ ਮੁੰਡੇ ਹੁੰਦੇ ਨੇ, ਮੁੰਡਿਆਂ ਵਿੱਚ ਅਕਸਰ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਵੀ ਕੁੜੀਆਂ ਜ਼ਿਆਦਾ ਪੜ੍ਹਦੀਆਂ ਨੇ ਪਰ ਮੁੰਡੇ ਇੰਨਾ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ ਹੈਗੇ, ਤਾਂ ਤੁਹਾਡੇ ਦੋਸਤ ਜਾਂ ਤੁਹਾਡੇ ਕਲਾਸਮੇਟਸ ਜਿਹੜੇ ਖੇਡਣ ਵਾਲੀਆਂ ਹੋਰ ਚੀਜ਼ਾਂ ਵੱਲ ਉਹਨਾਂ ਦਾ ਵੱਧ ਧਿਆਨ ਹੋਵੇ ਤੇ ਤੁਸੀਂ ਸਿਰਫ ਪੜ੍ਹਦੇ ਸੀ, ਤਾਂ ਤੁਹਾਨੂੰ ਲੱਗਦਾ ਵੀ ਕੋਈ ਤੁਹਾਡੇ ਦੋਵਾਂ ਵਿੱਚ ਕੋਈ ਫਰਕ ਹੈਗਾ ਉਸ ਤਰੀਕੇ ਨਾਲ? ਫਰਕ ਡੈਫੀਨੇਟਲੀ ਹੁੰਦਾ ਹੈ ਕਿਉਂਕਿ ਹਰ ਇੱਕ ਬੰਦੇ ਦੀ ਅਲੱਗ ਹੌਬੀ ਹੁੰਦੀ ਹੈ, ਹਰ ਇੱਕ ਬੰਦਾ ਕੁਛ ਅਲੱਗ ਕਰਨਾ ਚਾਹੁੰਦਾ ਹੈ। ਮੈਂ ਹਮੇਸ਼ਾ ਹੀ ਸੋਚਦਾ ਸੀ ਕਿ ਮੈਂ ਪੜ੍ਹਨਾ ਹੈ ਤੇ ਮੈਂ ਇਹ ਨਹੀਂ ਚਾਹੁੰਦਾ ਸੀ ਕਿ ਮੈਂ ਹਮੇਸ਼ਾ ਹੀ ਪੜ੍ਹਨਾ ਹੈ, ਮੈਂ ਨਾਲ ਹੌਬੀ ਵੀ ਕਰਦਾ ਸੀ। ਮੈਂ ਤੁਹਾਨੂੰ ਦੱਸਿਆ ਕਿ ਮੈਂ ਫੁੱਟਬਾਲ ਖੇਡਦਾ ਸੀਗਾ, ਪਰ ਮੇਰੇ ਫਰੈਂਡਸ ਮਤਲਬ ਇੰਨੇ ਸੀਰੀਅਸ ਨਹੀਂ ਸੀਗੇ ਕਿ ਮੈਂ ਅੱਗੇ ਜਾ ਕੇ ਇਹੀ ਕਰਨਾ, ਤਾਂ ਇੱਦਾਂ ਕਰਕੇ ਮੈਂ ਪੜ੍ਹਾਈ 'ਤੇ ਧਿਆਨ ਦਿੰਦਾ ਸੀ। ਤੇ ਜੈਸਮੀਨ, ਤੁਸੀਂ ਆਪ ਦੱਸਿਆ ਵੀ ਤੁਸੀਂ ਇੰਨਾ ਟਾਈਮ ਪੜ੍ਹਦੇ ਹੋ ਜਾਂ ਆਪਣੇ ਹੌਬੀਜ਼ ਵੀ ਤੁਹਾਡੀਆਂ, ਕਰਾਫਟ ਵੀ ਤੁਹਾਡੀ ਇੱਕ ਹੌਬੀ ਹੈ, ਕੀ ਲੱਗਦਾ ਵੀ ਬੈਲੈਂਸ ਕਿਵੇਂ ਬਣਾ ਕੇ ਚੱਲੀਦਾ ਹੁੰਦਾ ਦੋਵਾਂ ਵਿੱਚ? बैलेंस एक्चुअली स्टार्टिंग में जब हम होते हैं तो बनाना बहुत मुश्किल होता है, लेकिन जब रूटीन शुरू हो जाती है तो वो बैलेंस बन ही जाता है हमेशा हमारा। अभी स्टडी के लिए 3-4 आवर्स मैंने रात तक, लेट नाइट तक भी स्टडी करी हुई है। देन स्कूल की जो एक्टिविटीज़ होती थी उसके लिए भी लाइक 2 आवर्स तो लग ही जाते कभी उसकी भी प्रिपरेशन करने में, तो वो सब कुछ मैनेज करना ही पड़ता था। ਤੇ ਰੂਟੀਨ ਕਿੱਦਾਂ ਦੀ ਹੈ ਤੁਹਾਡੀ? ਬਾਕੀ ਰੂਟੀਨ ਵਿੱਚ ਹੋਰ ਕੀ ਹੁੰਦਾ? ਸਾਨੂੰ ਸਾਰਾ ਕੁਝ ਸ਼ੁਰੂ ਤੋਂ ਦੱਸੋ ਆਪਣੀ ਰੂਟੀਨ ਬਾਰੇ। 10th क्लास वाली है कि स्टार्टिंग में स्कूल के लिए रेडी, देन स्कूल हो जाता है 6 आवर्स का, देन उसके बाद घर आके ट्यूशन होता था 2.5 आवर्स का, एंड देन उसके बाद घर आके देन हमने वो करा जो भी स्कूल का होमवर्क मिलता है, देन उसके बाद सेल्फ स्टडी के लिए भी 1-2 आवर्स लगाने पड़ते थे। ਤੇ ਬਾਕੀ ਫਿਰ ਰੀਕ੍ਰੀਏਸ਼ਨਲ ਐਕਟੀਵਿਟੀਜ਼ कदों करते ਸੀਗੇ? वो डिपेंडेंट होता था लाइक वीकेंड्स पे, संडे सैटरडे, वो तब करनी मिलती थी। ਤੇ ਪ੍ਰਭਵ ਤੁਸੀਂ? मेरा भी स्कूल का यही होता था, 6 घंटे, फिर उसके बाद इंस्टीट्यूट होता था 3 घंटे, फिर रात को जो भी मतलब काम कुम होता था वो कर लेते थे, और जो रिक्रिएशनल एक्टिविटी तो वो स्कूल आवर्स में करते थे, उसमें मैनेज करना पड़ता था। ਤੇ ਇਹਨਾਂ ਸਾਰਿਆਂ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਜਿਵੇਂ ਤੁਸੀਂ ਆਪਣੀ ਰੂਟੀਨ ਦੱਸੀ ਕਿ ਕਾਫੀ ਬਿਜ਼ੀ ਰੂਟੀਨ ਸੀ, ਕਾਫੀ ਬਿਜ਼ੀ ਸ਼ੈਡਿਊਲ ਸੀ, ਪੜ੍ਹਾਈ ਨੂੰ ਬਹੁਤ ਜ਼ਿਆਦਾ ਸਮਾਂ ਦਿੱਤਾ ਤੁਸੀਂ, ਤਾਂ ਇਹਦੇ ਵਿੱਚ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਜਾਂ ਦੋਸਤਾਂ ਨਾਲ ਟਾਈਮ ਸਪੈਂਡ ਕਰਨਾ ਉਹ ਕਿੰਨਾ ਕੁ ਜ਼ਰੂਰੀ ਹੈ ਤੁਹਾਡੀ ਜਨਰੇਸ਼ਨ ਦੇ ਲਈ? स्कूल आवर्स में तो काफ़ी ज़रूरी है क्योंकि आपको कंपनी चाहिए होती है, बट इट्स नॉट
और लाइक कि बैड कंपनी नहीं चाहिए हमें, वो भी मैनेज करना पड़ता है। फैमिली के साथ टाइम स्पेंड हो ही जाता है, फैमिली हमें ट्रिप्स पे ले जाते हैं, कभी कभी माइंड जो है वो भी हल्का हो जाता है इसके बारे में। टाइम स्पेंड फैमिली के साथ करना बहुत ज़रूरी है, क्योंकि उससे ही मतलब माइंड हल्का होएगा और बात करने वाला कोई घर पे है नहीं है। तो जैसे फैमिली के साथ टाइम स्पेंड करना तो वो इवनिंग के टाइम ही होता था, क्योंकि सुबह तो स्कूल में हो जाता था, फिर आफ्टरनून में पेरेंट्स वर्किंग है तो फिर टाइम नहीं मिलता था, फिर उसके बाद इंस्टीट्यूट, फिर शाम को ही पेरेंट्स के साथ टाइम मिलता था। जैसे बाकी वीकेंड्स वगैरह हो गए तो कहीं घूमने चले गए तो वहाँ पे टाइम स्पेंड होता। ਤੇ ਮਤਲਬ ਤੁਸੀਂ ਇਹ ਸੋਚਿਆ ਵੀ ਜਿਹੜਾ 99.4% ਮਾਰਕਸ ਤੁਹਾਡੇ ਦੋਵਾਂ ਦੇ ਆਏ ਨੇ, ਤਾਂ ਕੀ ਇਹ ਮਿੱਥਿਆ ਹੋਇਆ ਸੀਗਾ ਵੀ ਅਸੀਂ ਇੰਨੇ 100% ਮਾਰਕਸ ਸਕੋਰ ਕਰਨੇ ਨੇ ਤਾਂ ਇੰਨੇ ਅਸੀਂ ਸਕੋਰ ਕਰ ਪਾਏ ਆ, ਜਾਂ ਫਿਰ ਬਸ ਐਵੇਂ ਸੀ ਕਿ ਨਹੀਂ ਅਸੀਂ ਵਧੀਆ ਨੰਬਰ ਲੈਣੇ ਨੇ ਤੇ ਅੱਗੇ IIT ਵਿੱਚ ਜਾਣਾ ਜਾਂ ਅੱਗੇ CA करनी है, या ਉਹਦੇ ਆਧਾਰ ਤੇ ਇਹ ਮਾਰਕਸ ਆਏ ਨੇ? नहीं, मेरा पहले से ही ड्रीम था कि 10th में तो मैंने टॉप करना ही करना है। तो एक होता नहीं थिंग लाइक मैनिफेस्टेशन, तो वो 99 जो चाहिए था वो ही आ गए। ऑफ कोर्स। मेरा भी यही था कि मैंने 99 पॉइंट जितने भी आगे स्कोर करने हैं, क्योंकि लाइक जो लास्ट डे था हमारा स्कूल का तो मैं अपने प्रिंसिपल से मिलने गया था, तो मेरे को कहते कि तूने 99% प्लस स्कोर करने हैं। तो मैंने सोचा कि अगर मेरे प्रिंसिपल मेरे में बिलीव करते हैं तो फिर मैं खुद क्यों नहीं कर सकता। तो फिर मैंने भी काफ़ी मेहनत करी, क्योंकि उससे पहले मेरा जो गोल था वो 95% प्लस था, 99% मैंने सोचा नहीं था। फिर 99% जो मैंने सोचा कि मैं कर सकता हूँ तो फिर मैंने करा वो। ਤੇ ਇੱਕ ਨਾ ਤੁਹਾਡੀ ਜਨਰੇਸ਼ਨ, ਜਿਵੇਂ ਤੁਸੀਂ ਬਹੁਤ ਯੰਗ ਹੋ, ਤੁਸੀਂ ਹਲੇ 10th ਕਲਾਸ ਕੀਤੀ ਆ ਆਪਣੀ, ਤਾਂ ਤੁਹਾਡੀ ਜਨਰੇਸ਼ਨ ਲਈ ਇੱਕ ਗੱਲ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ ਵੀ ਸੋਸ਼ਲ ਮੀਡੀਆ ਵਿੱਚ ਤੁਹਾਡਾ ਰੁਝਾਨ ਬਹੁਤ ਰਹਿੰਦਾ ਹੈ। ਇਸ ਜਨਰੇਸ਼ਨ ਦਾ ਇੰਟਰਨੈਟ ਵਿੱਚ ਬਹੁਤ ਰੁਝਾਨ ਹੈ, ਇਸ ਜਨਰੇਸ਼ਨ ਦਾ AI ਵਿੱਚ ਬਹੁਤ ਰੁਝਾਨ ਹੈ, ਤੇ ਹੋਰ ਇੱਦਾਂ ਦੀਆਂ ਚੀਜ਼ਾਂ ਵੀ ਇਹ ਡੂਮ ਸਕਰੋਲਿੰਗ ਬਹੁਤ ਕਰਦੇ ਨੇ, ਇਹ ਟਾਈਮ ਵੇਸਟ ਬਹੁਤ ਕਰਦੇ ਨੇ। ਤਾਂ ਉਹਦੇ ਬਾਰੇ ਤੁਸੀਂ, ਕਿਉਂਕਿ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਤੁਸੀਂ 99.4% ਮਾਰਕਸ ਲੈ ਕੇ, ਉਹਦੇ ਬਾਰੇ ਤੁਸੀਂ ਕੀ ਕਹੋਗੇ? ये सब लाइक इंस्टाग्राम जो भी वगैरह है, ये पहले 8th-9th में तो अच्छा लगता था, फिर 10th की स्टार्टिंग हुई, देन बीच में जब जून आया तब मैंने अपना अकाउंट डीएक्टिवेट कर दिया था। तो तब तक तो वो डीएक्टिविटी था तो मेरे पास ज़्यादा कोई डिस्ट्रैक्शन नहीं थी। तो मोस्टली जब मैंने पढ़ना भी होता था मैं अलार्म्स लगा देती थी कि कोई भी टाइम जो इधर उधर ना हो। गुड। डेफिनेटली ये काफ़ी ज़्यादा टाइम वेस्ट है अगर तुम इसको कंट्रोल ना करो, पर मेरे को पता था कि अगर मैं कंट्रोल नहीं करूँगा तो डेफिनेटली मेरा टाइम चला जाएगा, क्योंकि 2 घंटे 3 घंटे पता नहीं लगते। फिर मैंने सोचा कि नहीं करना चाहिए, तो फिर मैंने कंट्रोल करा खुद के ऊपर। और डेफिनेटली अगर आप तुम कंट्रोल कर रहे हो तो तुम्हें मतलब ये सोशल मीडिया वगैरह नहीं रोकेगा पढ़ने से। ਤੁਸੀਂ ਦੋਵੇਂ ਜਣੀ ਆਪਣੀ ਏਜ ਦੇ ਹਿਸਾਬ ਨਾਲ ਬਹੁਤ ਮੈਚੁਰ ਲੱਗ ਰਹੇ ਹੋ, ਤੁਹਾਡੀਆਂ ਗੱਲਾਂ ਤੋਂ ਇਹ ਲੱਗ ਰਿਹਾ। ਤਾਂ ਕੀ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਜਨਰੇਸ਼ਨ ਦੀ ਪ੍ਰੋਬਲਮ ਨਹੀਂ ਹੈਗੀ, ਇਹ ਇੱਕ ਇੰਡੀਵਿਜੂਅਲ ਦੀ ਪ੍ਰੋਬਲਮ ਹੁੰਦੀ ਹੈ ਵੀ ਤੁਸੀਂ ਕਿਵੇਂ ਆਪਣਾ ਟਾਈਮ ਕਿਹੜੀ ਚੀਜ਼ ਨੂੰ ਦੇਣਾ ਹੈ। ਇਹ ਪਰਸਨ ਟੂ ਪਰਸਨ ਵੇਰੀ ਕਰਦਾ ਹੈ, ਇਹ ਜਨਰੇਸ਼ਨ ਤੇ ਨਹੀਂ ਵੇਰੀ ਕਰਦਾ ਹੈਗਾ। ਡੈਫੀਨੇਟਲੀ ਮਾਈਂਡਸੈਟ ਐਸਾ ਹੋਣਾ ਚਾਹੀਦਾ ਕਿ ਤੁਸੀਂ ਮੈਚੁਰ ਹੋ ਕਾਫੀ ਜ਼ਿਆਦਾ, ਤੇ ਜੇ ਤੁਸੀਂ ਮੈਚੁਰ ਨਹੀਂ ਹੋ, ਤੁਹਾਨੂੰ ਨਹੀਂ ਸਮਝ ਆ ਰਿਹਾ ਤੁਸੀਂ ਅੱਗੇ ਕੀ ਕਰਨਾ ਹੈ, ਤਾਂ ਫਿਰ ਤੁਸੀਂ ਡੈਫੀਨੇਟਲੀ ਇਸ ਜਨਰੇਸ਼ਨ ਦੇ ਜਿਹੜੇ ਸਟੀਰੀਓਟਿਪੀਕਲ ਤੁਸੀਂ ਕਹਿ ਰਹੇ ਹੋ ਕਿ सोशल मीडिया वाल जा रहे हैं तो वो डेफिनेटली जाएंगे जो थोड़ा माइंडसेट मैच्योर नहीं है। इवन लाइक आपकी जो कंपनी भी होती है वो भी ज़्यादा मैटर करती है। एक बंदे को इतना सोचना चाहिए कि आपके दोस्त अगर गलत काम कर रहे हैं तो आपको उनको छोड़ देना चाहिए, बिकॉज मैंने भी यही सेम चीज़ करी है। ਪਰ ਇਹ ਹੁੰਦਾ ਨਾ ਵੀ ਸਾਨੂੰ ਐਵੇਂ ਲੱਗਦਾ ਕਿ ਨਹੀਂ ਪਰ ਮੇਰਾ ਦੋਸਤ ਹੈ ਜਾਂ ਮੇਰੀ ਦੋਸਤ ਹੈ ਇਹ, ਮੈਂ ਤਾਂ ਸਾਥ ਕਿਵੇਂ ਛੱਡ ਸਕਦੀ ਹਾਂ। ਫਿਰ ਉਹ ਕਿਵੇਂ, ਮਤਲਬ ਜਿਹੜੇ ਬੱਚੇ ਐ ਸੋਚਦੇ ਨੇ ਉਹ ਕਿਵੇਂ ਛੱਡ ਸਕਦੇ ਨੇ ਆਪਣੇ ਦੋਸਤਾਂ ਨੂੰ? पर उनको सही करने के लिए तो बोल सकते हैं, अगर उनको खुद को फील हो रहा है तो दे कैन चेंज। ਤੇ ਘਰਦਿਆਂ ਦਾ ਕਿੰਨੀ ਕੁ ਸਪੋਰਟ ਰਹੀ ਹੈ? ਜਿਵੇਂ ਪੜ੍ਹਾਈ ਵਿੱਚ ਇਹ ਦੇਖਿਆ ਜਾਂਦਾ ਅਕਸਰ ਹੀ ਵੀ ਕਈ ਪਰਿਵਾਰਾਂ ਵਿੱਚ, ਕਈ ਘਰਾਂ ਵਿੱਚ ਐਵੇਂ ਹੁੰਦਾ ਕਿ ਕੁੜੀਆਂ ਲਈ ਖਾਸ ਕਰ ਵੀ ਤੁਸੀਂ ਘਰ ਦੇ ਕੰਮ ਵੀ ਕਰਨੇ ਨੇ, ਤੁਸੀਂ ਇਹ ਵੀ ਕਰਨਾ ਹੈ ਉਹ ਵੀ ਕਰਨਾ ਹੈ। ਇੱਕ ਨਾ ਕੁੜੀ ਨੂੰ ਸਰਵਗੁਣ ਸੰਪੰਨ ਬਣਾਉਣ ਤੇ ਲੱਗੇ ਹੁੰਦੇ ਨੇ ਘਰ ਦੇ, ਤੇ ਉਹ ਮਤਲਬ ਘਰਦਿਆਂ ਦੀ ਸਪੋਰਟ ਉਸ ਚੀਜ਼ ਵਿੱਚ ਕਿੱਦਾਂ ਦੀ ਰਹੀ ਹੈ ਵੀ ਪੜ੍ਹਾਈ ਲਈ ਉਹਨਾਂ ਨੇ ਕਿੰਨਾ ਕੁ ਸਪੋਰਟ ਕਰਿਆ ਤੇ ਹੋਰ ਕੰਮਾਂ ਲਈ ਕਿੰਨਾ ਕੁ ਸਪੋਰਟ ਕਰਿਆ ਜਾਂ ਕਿੰਨਾ ਕੁ ਕਿਹਾ ਉਹਨਾਂ ਨੇ? मेरे फैमिली ने एक्चुअली मुझे कभी फोर्स ही नहीं करा कि मैं खाना बनाऊँ या मैं कोर्स करूँ वगैरह। मेरा खुद का इंटरेस्ट होता है कभी कभी खाना बनाने का। एंड देन मेरा छोटा भाई भी है, तो फिर वो तंग करता था मुझे, तो लाइक मम्मा उसको बोल देते थे मत तंग कर। तो इतना ज़्यादा कोऑपरेशन मिला है मुझे उसके टाइम पे। लाइक मैं रूम में डोर लगा लेती, नॉक लगा लेती थी, एंड उसके बाद मेरे को कोई डिस्टर्बेंस नहीं चाहिए होती थी, तो वो सब कुछ हैंडल कर लेते बाहर ही। ਵਾਹ। ਤੇ ਤੁਹਾਡੇ ਲਈ ਪ੍ਰਭਾਵ ਘਰਦਿਆਂ ਦੀ ਸਪੋਰਟ ਕਿੱਦਾਂ ਦੀ ਰਹੀ ਹੈ? वो बहुत ज़्यादा रही है, क्योंकि मेरे घर का माहौल ही लाइक पढ़ाई है, क्योंकि मेरा खुद दा ब्रदर ਤੁਹਾਨੂੰ ਦੱਸਿਆ IIT ਨੇ, ਤੇ ਮੇਰਾ ਕਜ਼ਨ ਬ੍ਰਦਰ ਵੀ ਆਇਆ ਹੋਇਆ, ਉਹ ਵੀ ਮਤਲਬ JEE ਦੀ ਤਿਆਰੀ ਕਰ ਰਿਹਾ। ਤਾਂ ਫਿਰ ਘਰ ਦਾ ਇੱਕ ਮਾਹੌਲ ਹੁੰਦਾ ਕਿ ਪੜ੍ਹਾਈ ਹੀ ਹੈ, ਤਾਂ ਫਿਰ ਘਰ 'ਚ ਡੈਫੀਨੇਟਲੀ ਐਸਾ ਬਣ ਜਾਂਦਾ ਕਿ ਬੱਚੇ ਪੜ੍ਹਨ ਵਾਲੇ ਹਨ ਤਾਂ ਇਸ ਲਈ ਡਿਸਟਰਬੈਂਸ ਨਹੀਂ ਚਾਹੀਦੀ। ਸੋ
ਪੈਰੈਂਟਸ ਬਾਰੇ ਆਪਾਂ ਗੱਲ ਕਰ ਲਈ, ਰੀਕ੍ਰੀਏਸ਼ਨਲ ਐਕਟੀਵਿਟੀਜ਼ ਬਾਰੇ ਆਪਾਂ ਗੱਲ ਕਰ ਲਈ, ਤੁਸੀਂ ਆਪਣਾ ਟਾਈਮ ਹੋਰ ਚੀਜ਼ਾਂ ਵਿੱਚ ਕਿਵੇਂ ਸਪੈਂਡ ਕਰ ਰਹੇ ਹੋ ਇਹਦੇ ਬਾਰੇ ਵੀ ਆਪਾਂ ਗੱਲ ਕਰ ਲਈ। ਟੀਚਰਸ ਦਾ ਕਿੰਨਾ ਕੁ ਯੋਗਦਾਨ ਰਹਿੰਦਾ ਹੈ ਇਸ ਚੀਜ਼ ਵਿੱਚ, ਇਹ ਮੁਕਾਮ ਇਹੋ ਜਿਹਾ ਮੁਕਾਮ ਹਾਸਿਲ ਕਰਨ ਵਿੱਚ ਵੀ? ਜਿਵੇਂ ਤੁਸੀਂ ਟੀਚਰਸ ਨਾਲ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਹੋ, ਆਪਣੇ ਸਕੂਲ ਵਾਲੇ ਟੀਚਰਸ ਦੇ ਨਾਲ ਵੀ, ਇਸ ਤੋਂ ਇਲਾਵਾ ਆਪਣੇ ਟਿਊਸ਼ਨ ਟੀਚਰਸ ਜਾਂ ਆਪਣੇ इंस्टीट्यूट वाले टीचर्स ਉਹਨਾਂ ਦੇ ਨਾਲ ਵੀ, ਤਾਂ ਉਹਨਾਂ ਦਾ ਕਿੰਨਾ ਕੁ ਰੋਲ ਰਹਿੰਦਾ ਇਹਦੇ ਵਿੱਚ? टीचर्स का रोल तो काफ़ी ज़्यादा ही था मेरी लाइफ में, उनके साथ एक स्पेसिफिक बॉन्ड बन चुका था। साइंस वाले टीचर्स, पंजाबी वाले टीचर्स का मेरे को अभी भी याद है, काफ़ी ज़्यादा प्यारा बॉन्ड था। एंड वो इतना ज़्यादा मोटिवेट भी करते थे हमें। पहले 8th में तो मैंने टॉप करा था, देन 9th में मेरे को सडनली फील हुआ कि मेरी जो परसेंटेज है वो थोड़ी डिक्रीज़ हो गई थी। देन 10th में मैंने उनको बताया था ये, तो उन्होंने मेरे को बहुत ज़्यादा मोटिवेट करा था। तो जैसे मिड टर्म होते हैं 10th के, तब भी मेरी एकदम सही परसेंटेज आई थी, इट वॉज अराउंड 98। फिर बोर्ड्स के लिए काफ़ी ज़्यादा प्रिपरेशन करनी थी, देन भी टीचर्स मेरे को काफ़ी ज़्यादा लाइक क्वेश्चन बैंक्स ला के देते थे वहाँ के, एंड देन मेरे को और भी हेल्प करते थे डाउट सॉल्विंग में, उनके पास जाके कर लेती थी। टीचर्स का रोल तो काफ़ी ज़्यादा ही होता है क्योंकि स्कूल में पढ़ाना, कॉन्सेप्ट क्लियर करना काफ़ी ज़्यादा होता है। जैसे 8th और 9th में मैं इतना सीरियस नहीं था बोर्ड्स के लिए, बट 10th में आके मैं काफ़ी ज़्यादा सीरियस हुआ। जो कॉन्सेप्ट्स वगैरह मेरे रहते थे वो मैं डेफिनेटली टीचर से बात करता था कि जैसे कभी टेस्ट में मार्क्स नहीं आए तो मैं टीचर से पूछता था कि मेरे मार्क्स कम क्यों आए। वो बताते थे कि ये वाली गलती थी मेरी तो और ये बाद में नहीं होनी चाहिए। और फिर जो ये ऐसे बच्चे कहते हैं कि टेस्ट में उनके मार्क्स कम आ गए, पर मैं ऐसे नहीं लेता था। मेरे को लगता था कि मेरी गलती हुई है तो मेरी ही गलती है वो, तो फिर मैं अपने माइंड में बिठा लेता था वो गलती। तो डेफिनेटली जो हमारी गलतियाँ होती हैं वो टीचर्स हमें करेक्ट करते हैं, तो बहुत ज़्यादा रोल है उनका, बेस्ट रोल यही है। ਤੇ ਇੱਕ ਜਿਵੇਂ ਨਾ ਸਾਡੀ ਜਨਰੇਸ਼ਨ ਵਿੱਚ ਇਹ ਸੀ, ਮੈਂ ਤੁਹਾਡੇ ਤੋਂ ਸ਼ਾਇਦ 10 ਕੁ ਸਾਲ ਅੱਗੇ ਆ, ਤੇ 10 ਸਾਲ ਪਹਿਲਾਂ ਜਿਹੜਾ ਕਲਚਰ ਸੀਗਾ ਟੀਚਰਸ ਦਾ ਜਾਂ ਪੜ੍ਹਾਉਣ ਦਾ, ਉਹ ਬਹੁਤ ਇੱਕ ਰਿਜਿਡ ਤਰੀਕਾ ਸੀਗਾ, ਇੱਕ ਬਹੁਤ ਮਤਲਬ ਡਰ ਪੈਦਾ ਕਰਕੇ ਪੜ੍ਹਾਉਣ ਵਾਲਾ ਤਰੀਕਾ ਸੀ ਉਹ, ਕੁੱਟਮਾਰ ਕਰਨ ਵਾਲਾ ਜਾਂ ਹੋਰ ਇੱਦਾਂ ਦਾ, ਜਿਹਨੂੰ ਉਹ ਸਟ੍ਰਿਕਟ ਦਾ ਨਾਮ ਵੀ ਦੇ ਦਿੰਦੇ ਨੇ। ਤੇ ਤੁਹਾਡੀ ਜਨਰੇਸ਼ਨ ਵਿੱਚ ਇਹ ਕਿੰਨਾ ਕੁ ਡਿਫਰੈਂਸ ਦੇਖਣ ਨੂੰ ਮਿਲਦਾ, ਤੇ ਇਹਦਾ ਕੀ ਪ੍ਰਭਾਵ ਪੈਂਦਾ, ਮਤਲਬ ਇਹਦਾ ਪੋਜ਼ੀਟਿਵ ਇੰਪੈਕਟ ਕੀ ਹੈ? ਵੀ ਜਿਵੇਂ ਅੱਜ ਦੇ ਟਾਈਮ 'ਚ ਅਸੀਂ ਦੇਖ ਰਹੇ ਹਾਂ ਕਿ ਟੀਚਰਸ ਥੱਪੜ ਨਹੀਂ ਮਾਰ ਸਕਦੇ ਤੇ ਟੀਚਰਸ ਕਾਰਪੋਰਲ ਪਨਿਸ਼ਮੈਂਟ ਨਹੀਂ ਦੇ ਸਕਦੇ ਸਟੂਡੈਂट्स ਨੂੰ, ਉਹਦਾ ਪੋਜ਼ੀਟਿਵ ਇੰਪੈਕਟ ਕੀ ਪਿਆ? ये बात तो है कि हम थप्पड़ नहीं मार सकते टीचर्स वगैरह, या फिर हमें ज़्यादा डांट नहीं सकते क्योंकि बच्चा कुछ और ही फील करने लग जाएगा। लेकिन वो स्ट्रिक्ट जरूर थे, लाइक इतना हमें डिसिप्लिन बना दिया था उन्होंने कि कॉपीज हमने सबमिट करनी थी, देन टेस्ट जो थे उनके लिए अच्छे से बनना था, एंड जो भी लाइक एग्ज़ाम्स हो रहे थे उसके बाद हमने जो अपना मिस्टेक्स चेक करी हैं उसके बाद भी वो हमें रिफ्लेक्ट अपॉन करते थे कि अच्छे से हमने पढ़ना है उसको वगैरह। डेफिनेटली इतना, जैसे आप कह रहे हो कॉर्पोरल पनिशमेंट देना इतना ज़रूरी नहीं है, क्योंकि अगर टीचर खुद एक डिसिप्लिन बना रहा है बच्चे में तो फिर उस बच्चे को इतनी कुटमार करने की लोड़ नहीं है। तो अगर बच्चा खुद से डिसिप्लिन बन रहा है और वो खुद एक रिस्पॉन्सिबल बच्चा बन रहा है तो उसको इतनी सब पनिशमेंट की ज़रूरत नहीं है। ਤੇ ਕਿਉਂਕਿ ਮੈਂਟਲ ਹੈਲਥ ਵੀ ਮੈਟਰ ਕਰਦੀ ਹੈ, ਤੇ ਮੈਂਟਲ ਹੈਲਥ ਜੇ ਤੁਹਾਡੀ ਠੀਕ ਰਹੂਗੀ ਤਾਂ ਹੀ ਤੁਸੀਂ ਆਪਣਾ ਧਿਆਨ ਜੋ ਹੈ ਉਹ ਪੜ੍ਹਾਈ ਵਿੱਚ ਲਗਾ ਸਕੋਗੇ। ਤੇ ਤੁਹਾਡੀ ਮੈਂਟਲ ਹੈਲਥ ਨੂੰ ਠੀਕ ਰੱਖਣ ਲਈ, ਉਹਨੂੰ ਇੱਕ ਠੀਕ ਠਾਕ ਪੱਧਰ ਤੇ ਰੱਖਣ ਲਈ ਤੁਸੀਂ ਕੀ ਕੀਤਾ है? मैंने मोस्टली अपनी फ्रेंड्स के ऊपर ही रिलायबल रही हूँ मैं क्योंकि वो उनके साथ मज़ा आता था, हम बातें कर लेते थे। देन स्टडी करती हूँ, स्टडी में जब कोई क्वेश्चन हम खुद कर लेते थे बस खुद की सेटिस्फेक्शन मिल जाती थी, तो वो खुद ही माइंड को एकदम अच्छे से बना देता था। देन टीचर्स के साथ कभी कभी बातें कर ली फ्यूचर के बारे में, देन वो भी इतना मोटिवेट कर देते थे। जी डेफिनेटली जो हमारा फ्रेंड ग्रुप है, टीचर्स हैं या फिर ट्यूशन में कोई है हमारे फ्रेंड्स हैं, तो उनके साथ रहकर हमारा माइंड जो है वो ऑटोमेटिकली हल्का हो जाता है। क्योंकि जैसे हमारे फ्रेंड्स हैं वो हमारे क्लोजेस्ट होते थे स्कूल में, तो फिर हम उनसे बातें करते थे तो वो भी हमें अपने बताते थे कि उनके साथ भी ऐसा ऐसा हो रहा है, तो फिर हमें भी ऐसा लगता था कि हम अकेले नहीं हैं इतने प्रेशर में, तो वो भी हैं, तो हमें डेफिनेटली माइंड में ऐसा फील होता था कि या ये हमारे साथ हैं। ਜਿਹੜੀ ਤੁਹਾਡੀ ਜਨਰੇਸ਼ਨ ਹੈ ਜਾਂ ਤੁਹਾਡੀ ਜਨਰੇਸ਼ਨ ਨਾ ਸਹੀ, ਕੋਈ ਵੀ ਜਨਰੇਸ਼ਨ ਦੇ ਜਿਹੜੇ ਬੱਚੇ ਹੁੰਦੇ ਨੇ, ਪੜ੍ਹ ਰਹੇ ਹੁੰਦੇ ਨੇ, ਸਟੂਡੈਂਟਸ ਹੁੰਦੇ ਨੇ, ਉਹਨਾਂ ਵਿੱਚ ਨਾ ਸਟ੍ਰੈਸ ਇੱਕ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਜਦੋਂ ਤੁਸੀਂ ਕੋਈ ਮੁਕਾਮ ਹਾਸਿਲ ਕਰਨਾ ਹੋਵੇ, ਖਾਸ ਕਰ ਉਦੋਂ। ਤਾਂ ਜਿਹੜਾ ਉਹ ਸਟ੍ਰੈਸ ਹੈ ਉਹਦੇ ਨਾਲ ਡੀਲ ਕਰਨ ਲਈ ਤੁਸੀਂ ਕੀ ਕਹਿਣਾ ਚਾਹੋਗੇ? स्ट्रेस एक्चुअली मेरे को भी हुआ था स्टार्टिंग में, जब हम लेते हैं तब रूटीन नहीं बनी होती ना, पर लगभग लाइक डेज पास कर जाते हैं, फिर स्ट्रेस भी थोड़ा थोड़ा कम होने लग जाता है। अब जब आपकी स्टडीज़ मैनेज होने लग जाएंगी तो आपका टाइम उस अकॉर्डिंग सेट हो जाएगा, तो आपका ब्रेन भी वही सब कुछ करेगा, तो आपका ब्रेन इतना स्ट्रेसफुल फील नहीं होता। अभी स्ट्रेस अभी जब होता है तो कभी कभी मूवी देख ली है, कुछ ऐसा कुछ कर लिया, या कुछ आइसक्रीम खा ली, मैं बहुत खाती थी तो वो एक अलग सा ठीक होता है। ਤਾਂ ਮਤਲਬ ਬੇਸਿਕਲੀ ਸਟ੍ਰੈਸ ਨਾਲ ਡੀਲ ਕਰਨ ਲਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਰੂਟੀਨ ਬਣਾਉਣ ਦੀ ਜ਼ਰੂਰਤ ਹੈ। ਰੂਟੀਨ ਬਹੁਤ ਜ਼ਰੂਰੀ ਹੈ। ਜਦੋਂ ਤੁਹਾਡੀ ਰੂਟੀਨ ਬਣੀ ਹੋਈ ਹੋਊਗੀ ਤਾਂ ਤੁਸੀਂ ਉਸ ਟਾਈਮ ਵਿੱਚ ਉਹੀ ਕੰਮ ਕਰੋਗੇ, ਤੇ ਜਿਹੜਾ ਉਹ ਬੋਝ ਹੈ ਉਹ ਤੁਹਾਡੇ ਇੰਨਾ नहीं ਤੁਸੀਂ वो टाइम मैनेजमेंट हो जाता है फिर। स्ट्रेस से डील करने से बेटर होगा स्ट्रेस को आने ही ना दो। मेरे अकॉर्डिंग अगर तुम जो काम कर रहे हो वो तुम एंजॉय करके कर रहे हो तो स्ट्रेस होएगा ही नहीं बिल्कुल भी। अगर तुम जैसे पढ़ाई फॉर एग्जांपल अगर तुम ज़बरदस्ती कर रहे हो तो डेफिनेटली स्ट्रेस होएगा और उसको डील करना मुश्किल होएगा। अगर तुम उसको एंजॉय करके कर रहे हो कि यार मैंने यही करना है
और इसमें मेरे को मज़ा भी आ रहा है, और पढ़ाई करते करते मैंने कुछ और कर लिया, कुछ खा पी लिया, तो डेफिनेटली स्ट्रेस होएगा ही नहीं अगर तुम इंजॉय कर रहे हो। ਤਾਂ ਮਤਲਬ ਕੰਮ ਉਹ ਜਿਹਾ ਕਰੋ ਜਿਹੜਾ ਤੁਸੀਂ ਇੰਜੋਏ ਕਰਨਾ। ਪਰ ਕਈ ਵਾਰੀ ਪ੍ਰੈਸ਼ਰ ਵੀ ਹੁੰਦਾ ਹੈ ਬੱਚਿਆਂ ਤੇ, ਪੇਰੈਂਟਸ ਦਾ ਪ੍ਰੈਸ਼ਰ, ਸੋਸਾਇਟੀ ਦਾ ਪ੍ਰੈਸ਼ਰ ਵੀ ਤੁਸੀਂ ਆਹ ਪਾਰਟਿਕੂਲਰ ਚੀਜ਼ ਕਰਨੀ ਹੈ, ਜਿਵੇਂ ਬੱਚਾ ਇੰਜੀਨੀਅਰ ਬਣੇ, ਡਾਕਟਰ ਬਣੇ ਜਾਂ ਸੀਏ ਬਣੇ ਜਾਂ ਲਾਇਰ ਬਣੇ, ਕੁਝ ਵੀ ਇਦਾਂ ਦੀ ਚੀਜ਼ ਹੈ, ਤੇ ਉਹਦੇ ਨਾਲ ਫਿਰ ਕੋਈ ਬੱਚਾ ਕਿਵੇਂ ਡੀਲ ਕਰ ਸਕਦਾ ਤੁਹਾਡੀ ਜਨਰੇਸ਼ਨ ਦਾ? मुझे पेरेंट्स से कभी प्रेशर नहीं मिला क्योंकि मैं पहले से टॉप पर रही हूँ, तो लाइक मुझे खुद का ही प्रेशर होता था कि इस बार ज़्यादा नंबर लेके आना है, ज़्यादा परसेंटेज लेके आनी है और बेटर करना है, तो आई डोंट थिंक सो मेरे को इतना कोई प्रेशर मिला सोसाइटी से। ਮਤਲਬ ਕੰਪੀਟੀਸ਼ਨ ਤੁਸੀਂ ਆਪਦਾ ਆਪ ਹੀ ਸੀਗੇ। ਤੇ ਪ੍ਰਭਵ ਤੁਸੀਂ? ਪ੍ਰੈਸ਼ਰ ਪੇਰੈਂਟਸ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਤਾਂ ਨਹੀਂ ਦਿੰਦੇ ਬਿਲਕੁਲ ਵੀ, ਕਿਉਂਕਿ ਬੱਚਿਆਂ ਨੇ ਖੁਦ ਹੀ ਜੋ ਕਰਨਾ ਹੈ ਉਹ ਖੁਦ ਹੀ ਕਰਨਾ ਹੈ। ਤਾਂ ਫਿਰ ਪੇਰੈਂਟਸ ਇੰਨਾ, ਹੁਣ ਪਹਿਲਾਂ ਹੁੰਦਾ ਸੀਗਾ ਕਿ ਪੇਰੈਂਟਸ ਦੱਸਦੇ ਸੀ ਕਿ ਤੂੰ ਇਹੀ ਬਣਨਾ ਹੈ ਕਿਉਂਕਿ ਨਾਲ ਵਾਲੇ ਦਾ ਮੁੰਡਾ ਇਹ ਬਣ ਰਿਹਾ, ਪਰ ਹੁਣ ਐਸਾ ਨਹੀਂ ਹੈ ਕਿਉਂਕਿ ਹਰ ਇੱਕ ਬੱਚੇ ਦੀ ਅਲੱਗ ਕੈਪੇਬਿਲਿਟੀ ਹੈ। ਤਾਂ ਫਿਰ ਹੁਣ ਡੈਫੀਨੇਟਲੀ ਪ੍ਰੈਸ਼ਰ ਨਹੀਂ ਦਿੰਦੇ ਪੇਰੈਂਟਸ, ਪਰ ਜੇ ਦਿੰਦੇ ਵੀ ਹੈ ਤਾਂ ਫਿਰ ਉਸਨੂੰ ਡੀਲ ਕਰਨ ਦਾ ਤਰੀਕਾ ਕਿ ਉਸਨੂੰ ਹੀ ਆਪਣੀ ਹੈਬਿਟ ਬਣਾ ਲਓ, ਕਿਉਂਕਿ ਜੇ ਤੁਸੀਂ ਇਹੀ ਬਣਨਾ ਹੈ ਫਿਰ ਤੁਸੀਂ ਉਸ ਚੀਜ਼ ਨੂੰ ਆਪਣਾ ਰੂਟੀਨ ਬਣਾਓ ਤੇ ਉਸਨੂੰ ਇੰਜੋਏ ਕਰਕੇ ਕਰ ਲਓ। ਤੇ ਜਿਹੜਾ ਤੁਹਾਡਾ ਦੋਵਾਂ ਦਾ ਸੁਪਨਾ ਹੈ ਆਪਣਾ ਆਪਣਾ, ਤੁਸੀਂ ਸੀਏ ਬਣਨਾ ਹੈ ਜੈਸਮੀਨ ਤੇ ਪ੍ਰਭਵ ਤੁਸੀਂ ਇੰਜੀਨੀਅਰ ਬਣਨਾ ਹੈ, ਇਹ ਸੁਪਨਾ ਕਿੱਥੋਂ ਆਉਂਦਾ ਹੈ? ਕਿ ਇਹ ਸੁਪਨਾ ਕਿਸੇ ਨੇ ਫੀਡ ਕਰਿਆ ਤੁਹਾਡੇ ਦਿਮਾਗ ਵਿੱਚ ਜਾਂ ਇਹ ਤੁਸੀਂ ਆਪ ਹੀ ਸ਼ੁਰੂ ਤੋਂ ਹੀ ਸੋਚਿਆ ਹੋਇਆ ਸੀਗਾ ਵੀ ਮੈਂ ਤਾਂ ਸੀਏ ਹੀ बनना या मैं तो इंजीनियर ही बनना है? ये लाइक जब हम स्ट्रीम्स एक्सप्लोर करते हैं तो एक स्ट्रीम पे होता है ना आपका खुद का इंटरेस्ट आ जाता है। फिर अभी मैंने इतने स्कोर कर लिया है बट मेरा मैथ्स में तो है इंटरेस्ट, पर साइंस में इतना इंटरेस्ट नहीं है, तो नेचुरली आप कॉमर्स की तरफ ज़्यादा इंटीग्रेट हो जाते हो। फिर वैसे अगर तुम जैसे कह रही है जैस्मिन की स्ट्रीम्स एक्सप्लोर कर रहे हैं, तो फिर जैसे इसने सीए बनना है तो इसने कॉमर्स लिया है, और मैंने इंजीनियरिंग इसलिए ली क्योंकि मेरा इंटरेस्ट था कॉम्प्लेक्स प्रॉब्लम सॉल्विंग में, क्योंकि इंजीनियरिंग इज़ ऑल अबाउट कॉन्सेप्ट्स एंड कॉम्प्लेक्स प्रॉब्लम सॉल्विंग। तो फिर मेरा इंटरेस्ट लाइक बचपन से वही था, तो फिर मेरे माइंड में यही था कि मैंने बनना ही इंजीनियर है, क्योंकि बाकी चीज़ें मेरे से नहीं होंगी। जैसे मेडिकल फॉर एग्जाम्पल, मेडिकल में एक तो टाइम बहुत लगता है डॉक्टर बनने में, तो वो भी मेरे से नहीं होगा। इंजीनियरिंग इज़ लाइक कि 4 साल डिग्री करी, उसके बाद इंजीनियर, फिर जॉब काफ़ी बढ़िया लग जाती है। तो फिर मेरे को लाइक अगर आप पूछो तो मेरे को 4th 5th से ही पता था कि मैंने इंजीनियर बनना है और मैंने ये करना है, तो डेफिनेटली स्टार्टिंग से ड्रीम बन जाता है कि मैंने यही करना है, फिर उसके ऊपर मेहनत करना। ਤੇ 4th 5th ਦੀ ਉਮਰ ਬਹੁਤ ਛੋਟੀ ਹੁੰਦੀ ਹੈ ਕੋਈ ਇਹੋ ਜਿਹਾ ਸੁਪਨਾ ਦੇਖਣ ਲਈ ਜਿਹਦੇ ਉੱਤੇ ਤੁਸੀਂ ਟਿਕੇ ਰਹੋ ਐਂਡ ਤੱਕ, ਤੇ ਤੁਸੀਂ ਕੀ ਕੀਤਾ ਫਿਰ ਜਦੋਂ ਤੁਹਾਨੂੰ ਪਤਾ ਚੱਲ ਗਿਆ, ਇੱਕ ਬਹੁਤ ਛੋਟੀ ਉਮਰ ਵਿੱਚ ਤੁਹਾਨੂੰ ਪਤਾ ਲੱਗ ਗਿਆ ਵੀ ਤੁਸੀਂ ਇੰਜੀਨੀਅਰ ਬਣਨਾ ਹੈ, ਤਾਂ ਉਸ ਚੀਜ਼ ਨੂੰ ਤੁਸੀਂ ਕਿਵੇਂ ਅੱਗੇ ਫੋਲੋ ਅਪ ਕਰਿਆ? ਫਿਰ फॉलो अप करना, जैसे अभी जो मेन तैयारी शुरू होती है, अगर तुम प्योर लाइन प्रेप कर रहे हो उसके लिए, तो वो 8th 9th से स्टार्ट होती है, और तब तक जो मेरा खुद का ब्रदर था वो भी IIT पहुंच चुका था, तो मेरे को वहाँ से भी काफ़ी मोटिवेशन मिली कि मैं कर सकता हूँ अगर मेरा भाई कर सकता है। ਤੇ ਕੀ ਤੁਸੀਂ ਜਿਹੜੀ ਸਟਰੀਮ ਹੈ ਉਹ ਵੀ ਪਹਿਲਾਂ ਹੀ ਸੋਚ ਲਈ ਸੀ ਵੀ ਮੈਂ ਇਸੇ ਫੀਲਡ ਵਿੱਚ ਇਹੀ ਇੰਜੀਨੀਅਰ ਬਣਨਾ ਹੈ? ਜੇ ਹੈ ਤਾਂ ਫਿਰ ਕਿਹੜੀ ਸਟਰੀਮ ਹੈ ਉਹ? नहीं, मैं इतनी स्टार्टिंग तो नहीं सोची सी स्ट्रीम, मैं सोचा सी कि इंजीनियर बनना है या फिर कुछ ऐसा करना है कि जो कॉम्प्लेक्स प्रॉब्लम सॉल्विंग इन्वॉल्व करे। ਤਾਂ ਜਿਹੜੀ ਸਟਰੀਮ ਹੈ ਉਹ ਮੈਨੂੰ ਬਾਅਦ 'ਚ ਜਾ ਕੇ ਪਤਾ ਲੱਗੀ ਕਿ ਇੰਜੀਨੀਅਰਿੰਗਸ ਵੀ ਹੋਰ ਜ਼ਿਆਦਾ ਫੀਲਡਸ ਹੁੰਦੀਆਂ, CSC, ਇਲੈਕਟ੍ਰੀਕਲ, ਮਕੈਨੀਕਲ, ਉਹ ਕਾਫੀ ਜ਼ਿਆਦਾ ਹੁੰਦੀਆਂ। ਤਾਂ ਫਿਰ ਜੋ ਈਜ਼ੀਐਸਟ ਲੱਗੀ ਮੈਨੂੰ ਉਹ CSC ਲੱਗੀ, ਤਾਂ ਫਿਰ ਮੈਂ ਉਸਨੂੰ ਫੋਲੋ ਅਪ ਕੀਤਾ। ਮਤਲਬ ਜਿਵੇਂ ਸਬਜੈਕਟਸ ਹੁੰਦੇ ਨੇ, ਤੁਸੀਂ ਸੋਚ ਲਿਆ ਸੀਗਾ ਕਿ ਮੈਂ ਇੰਜੀਨੀਅਰ ਬਣਨਾ ਹੈ, 8th 9th ਤੋਂ ਤੁਸੀਂ ਉਹਦੀ ਤਿਆਰੀ ਵੀ ਸ਼ੁਰੂ ਕਰਤੀ ਸੀ, ਤਾਂ ਐਵੇਂ ਹੋਇਆ ਵੀ ਕੋਈ ਸਬਜੈਕਟ ਜ਼ਿਆਦਾ ਪਸੰਦ ਹੋਵੇ ਤੇ ਕੋਈ ਸਬਜੈਕਟ ਘੱਟ ਪਸੰਦ ਹੋਵੇ? ਹੁੰਦਾ ਸੀਗਾ, ਕਿਉਂਕਿ ਜਿਵੇਂ ਇਹ ਡਿਪੈਂਡ ਕਰਦੇ ਕਿ ਤੁਹਾਡੇ ਮਾਰਕਸ ਕਿੰਨੇ ਆ ਰਹੇ, ਜਿਵੇਂ ਤੁਹਾਡੇ ਕੈਮਿਸਟਰੀ 'ਚ ਘੱਟ ਨੰਬਰ ਆ ਰਹੇ ਆ ਤਾਂ ਤੁਹਾਨੂੰ ਕੈਮਿਸਟਰੀ ਘੱਟ ਪਸੰਦ ਆਏਗਾ, ਜੇ ਤੁਹਾਡੇ ਮੈਥ ਜ਼ਿਆਦਾ ਨੰਬਰ ਆ ਤੁਹਾਨੂੰ ਮੈਥ ਜ਼ਿਆਦਾ ਪਸੰਦ ਆਏਗਾ। ਪਰ ਇਸ ਜਰਨੀ 'ਚ ਐਸਾ ਹੈ ਕਿ ਤੁਹਾਨੂੰ ਹਰ ਇੱਕ ਸਬਜੈਕਟ ਨੂੰ ਬੈਲੈਂਸ ਰੱਖਣਾ ਪਏਗਾ, ਇਹ ਨਹੀਂ ਕਿ ਤੁਹਾਡਾ ਇਹ ਵਾਲਾ ਸਬਜੈਕਟ ਫੇਵਰੇਟ ਹੈ ਤਾਂ ਉਸਨੂੰ ਇਸ ਨਹੀਂ ਪੜ੍ਹੋਗੇ। ਇਸ ਨੂੰ ਬੈਲੈਂਸ ਰੱਖਣ ਦਾ ਹੀ ਕੀ ਹੈ ਕਿ ਤੁਸੀਂ ਅੱਗੇ ਜਾ ਕੇ ਸਕਸੈਸਫੁਲ ਬਣੋਗੇ। ਤੇ ਉਹ ਬੈਲੈਂਸ ਕਿਵੇਂ ਬਣਾਇਆ ਜਾਵੇ? ਜਿਵੇਂ ਮੈਨੂੰ ਕੈਮਿਸਟਰੀ ਬਹੁਤ ਜ਼ਿਆਦਾ ਪਸੰਦ ਹੁੰਦੀ ਸੀ ਤੇ ਮੈਥ ਮੈਨੂੰ ਬਿਲਕੁਲ ਪਸੰਦ ਨਹੀਂ ਸੀ, ਤੇ ਮੇਰੇ ਨੰਬਰ ਕਾਫੀ ਖਰਾਬ ਹੋਏ ਨੇ ਮੇਰੇ ਉਸ ਚੱਕਰ ਵਿੱਚ। ਫਿਰ ਉਹ ਜਿਹੜਾ ਬੈਲੈਂਸ ਹੈ, ਕੋਈ ਵੀ ਬੱਚਾ ਉਹ ਬੈਲੈਂਸ ਕਿਵੇਂ ਬਣਾ ਸਕਦਾ ਹੈ, ਉਹ ਪਸੰਦ ਕਿਵੇਂ ਕਰ ਸਕਦਾ ਇੱਕ ਸਬਜੈਕਟ ਨੂੰ? ਬੈਲੈਂਸ ਬਣਾਇਆ ਜਾ ਸਕਦਾ, ਜਿਵੇਂ ਤੁਹਾਡੇ ਮੈਥਸ ਘੱਟ ਨੰਬਰ ਆਉਂਦੇ ਸੀਗੇ ਤਾਂ ਤੁਸੀਂ ਮੈਥਸ ਤੇ ਹਾਰਡ ਵਰਕ ਕਰੋ, ਤੁਸੀਂ ਇੱਕ ਦਿਨ ਮੈਥਸ ਤੇ ਲਾਓ, ਫਿਰ ਤੁਸੀਂ ਅਗਲੇ ਦਿਨ ਉਸੇ ਚੀਜ਼ ਦਾ ਟੈਸਟ ਲਓ ਕਿ ਤੁਹਾਨੂੰ ਕਿੰਨਾ ਆਉਂਦਾ ਹੈ। ਤੁਹਾਡੇ ਡੈਫੀਨੇਟਲੀ ਬੈਟਰ ਮਾਰਕਸ ਆਏਂਗੇ, ਤੁਸੀਂ ਉਸ 'ਤੇ ਮਿਹਨਤ ਕੀਤੀ ਹੈ, ਤੇ ਤੁਹਾਡੇ ਜਦੋਂ ਬੈਟਰ ਮਾਰਕਸ ਆਉਣਗੇ ਤੁਹਾਨੂੰ ਉਹ ਸਬਜੈਕਟ ਹੋਰ ਜ਼ਿਆਦਾ ਵਧੀਆ ਲੱਗੇਗਾ ਕਿ ਮੈਂ ਮਿਹਨਤ ਕੀਤੀ ਹੈ ਤਾਂ ਮੇਰੇ ਮਾਰਕਸ ਇਸ 'ਚ ਵਧੀਆ ਆਏ, ਅਤੇ ਕੈਮਿਸਟਰੀ 'ਚ ਤਾਂ ਵਧੀਆ ਆਉਂਦੇ ਸੀਗੇ, ਫਿਰ ਤੁਹਾਡਾ ਉਹ ਬੈਲੈਂਸ ਬਣ ਜਾਏਗਾ, ਤੁਹਾਨੂੰ ਮੈਥਸ ਵੀ ਪਸੰਦ ਆਏਗੀ, ਤੁਹਾਨੂੰ ਕੈਮਿਸਟਰੀ ਵੀ ਪਸੰਦ ਆਏਗੀ। ਤਾਂ ਮਤਲਬ ਬੈਲੈਂਸ ਬਣਾ ਕੇ ਚੱਲਣਾ ਪੈਂਦਾ, ਤੇ ਇਹ ਸਾਰਾ ਆਪਣੇ ਆਪ 'ਤੇ ਡਿਪੈਂਡ ਕਰਦਾ ਹੈ ਵੀ ਜਿਵੇਂ ਵੀ ਤੁਸੀਂ ਤੁਹਾਡੀ ਹੋਈ ਮਿਹਨਤ ਹੈ ਉਹ। ਬਿਲਕੁਲ। ਸੈਲਫ ਸਟੱਡੀ ਬਾਰੇ ਗੱਲ ਕਰੀਏ, ਜਿਵੇਂ ਪ੍ਰਭਵ ਨੇ ਦੱਸਿਆ ਕਿ ਤੁਸੀਂ ਆਪ ਹੀ ਸਾਰੀ ਮਿਹਨਤ ਕਰਨੀ ਹੈ ਇੱਕ ਸਬਜੈਕਟ ਉੱਤੇ, ਤਾਂ ਜਿਹੜੀ ਸੈਲਫ ਸਟੱਡੀ ਹੈ ਜੈਸਮੀਨ, ਤੁਸੀਂ ਦੱਸਿਆ ਵੀ ਤੁਸੀਂ ਇੰਨੇ ਘੰਟੇ ਸੈਲਫ ਸਟੱਡੀ ਕਰਦੇ ਹੋ,
ਟਿਊਸ਼ਨ ਤੋਂ ਇਲਾਵਾ ਤੇ ਸਕੂਲ ਤੋਂ ਇਲਾਵਾ, ਕਿਉਂਕਿ ਅੱਜ ਦੇ ਸਮੇਂ ਵਿੱਚ ਤਾਂ ਸਕੂਲ ਦੀਆਂ ਫੀਸ ਵੀ ਬਹੁਤ ਜ਼ਿਆਦਾ ਹਾਈ ਨੇ ਹਨਾ, ਤੇ ਟਿਊਸ਼ਨਸ ਤੇ ਵੀ ਆਪਾਂ ਇੰਨਾ ਪੇ ਕਰਦੇ ਹਾਂ, ਤਾਂ ਸੈਲਫ ਸਟੱਡੀ ਉਹਦੇ ਵਿੱਚ ਕਿੰਨੀ ਜ਼ਿਆਦਾ ਲਾਜ਼ਮੀ ਹੋ ਜਾਂਦੀ ਹੈ? सेल्फ स्टडी काफ़ी ज़्यादा ज़रूरी होती है. सेल्फ स्टडी कैन इट बी लाइक इन एनी वे. आप यूट्यूब से देख सकते हो थोड़े लेक्चर, तो आपको पढ़ना भी पड़ेगा साथ साथ में. देन आप खुद क्वेश्चन सॉल्व कर सकते हो. मैंने भी एक्चुअली यही किया, पहले यूट्यूब से थोड़े लेक्चर देखी जो कॉन्सेप्ट आपको नहीं क्लियर होता, एंड देन आप उसके क्वेश्चंस वगैरह कर लो सारे. ਤਾਂ ਮਤਲਬ ਵੀ ਜੇ ਕੋਈ ਇਨਸਾਨ ਸਕੂਲ 'ਚ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਅਟੈਂਸ਼ਨ ਦੇ ਰਿਹਾ ਹੈ, ਆਪਣੇ ਸਾਰੇ ਲੈਕਚਰਸ ਲਗਾ ਰਿਹਾ, ਆਪਣੀਆਂ ਕਾਪੀਜ਼ ਪੂਰੀਆਂ ਕਰ ਰਿਹਾ, ਜੋ ਵੀ ਸਕੂਲ ਦੇ ਕੰਮ ਹੁੰਦੇ ਨੇ ਸਾਰੇ ਕਰ ਰਿਹਾ, ਉਸ ਤੋਂ ਇਲਾਵਾ ਉਹ ਟਿਊਸ਼ਨ ਵੀ ਜਾ ਰਿਹਾ ਤੇ ਟਿਊਸ਼ਨ ਵਿੱਚ ਵੀ ਅੱਛੀ ਪੜ੍ਹਾਈ ਕਰ ਰਿਹਾ, ਕੀ ਇਹ ਪੋਸੀਬਲ ਹੈਗਾ ਵੀ ਉਸ ਤੋਂ ਬਾਅਦ ਜੋ ਘਰ ਆ ਕੇ ਨਾ ਪੜ੍ਹੇ ਤੇ ਆਪਣੀ ਕਿਸੇ ਹੋਰ ਹੌਬੀ ਨੂੰ ਟਾਈਮ ਦੇਵੇ, ਤਾਂ ਕੀ ਉਹ ਅੱਛੇ ਨੰਬਰ ਲੈ ਕੇ ਆ ਸਕਦਾ ਹੈ? मैं सोचती हूँ कि पहले अपना टाइम आपको होमवर्क को देना चाहिए, क्योंकि आपकी एनर्जी तब होती है ज़्यादा. देन रात को जब आप थोड़े से थके होते हो तो आप हॉबी अपनी चूज़ कर सकते हो, जैसे रीडिंग, पेंटिंग वगैरह, ये सब कुछ कर सकते अगर आप स्कूल में ज़्यादा कर रहे हो और घर पे नहीं कर रहे तो इतना आप सक्सेसफुल नहीं बन पाओगे, क्योंकि जो आपने स्कूल में करा है वो खुद से टाइम देना वो ज़्यादा ज़रूरी है. जैसे टीचर हमें समझा रहा है तो हमें खुद से इतना दिमाग लगाने की ज़रूरत नहीं पड़ती, पर जब हम घर आके खुद का दिमाग लगाते हैं कि हाँ ये कैसे हुआ, तो ज़्यादा हमें बेटर समझ आता है और वो लॉन्ग लास्टिंग रहता है हमारे माइंड में. और जो बाकी रिक्रिएशनल एक्टिविटीज़ हैं वो रात को स्टडी के बाद कर लो, कोई दिक्कत नहीं है. ਤਾਂ ਮਤਲਬ ਐਵੇਂ ਪ੍ਰੈਸ਼ਰ ਤਾਂ ਨਹੀਂ ਫੀਲ ਹੁੰਦਾ ਕਿ ਸਾਰਾ ਟਾਈਮ ਪੜ੍ਹਨਾ ਹੀ ਪੈ ਰਿਹਾ, ਆਪਾਂ ਕੁਝ ਹੋਰ ਚੀਜ਼ ਨਹੀਂ ਕਰ ਪਾ ਰਹੇ, ਸਾਨੂੰ ਕਿਸੇ ਹੋਰ ਚੀਜ਼ ਦਾ ਟਾਈਮ ਨਹੀਂ ਮਿਲਦਾ ਪਿਆ? नहीं नहीं, मुझे तो फील नहीं हुआ ऐसा. बिल्कुल भी नहीं होता ऐसे तो फील. ਤਾਂ ਤੁਸੀਂ ਇੰਜੋਏ ਕਰਦੇ ਹੋ ਬੇਸਿਕਲੀ ਪੜ੍ਹਾਈ ਕਰਨਾ ਬਹੁਤ ਜ਼ਿਆਦਾ, ਤੇ ਇਹੀ ਮੈਨੂੰ ਲੱਗਦਾ ਸਭ ਤੋਂ ਵੱਧ ਜ਼ਰੂਰੀ ਹੁੰਦਾ, ਜਿਵੇਂ ਪ੍ਰਭਵ ਨੇ ਪਹਿਲਾਂ ਵੀ ਕਿਹਾ ਕਿ ਜਿਹੜਾ ਵੀ ਕੰਮ ਕਰਦੇ ਹੋ ਉਹਨੂੰ ਇੰਜੋਏ ਕਰੋ. ਤਾਂ ਇੱਕ ਮੇਰਾ ਹੋਰ ਸਵਾਲ ਹੈ ਤੁਹਾਡੇ ਤੋਂ, ਵੀ ਜਿਵੇਂ ਤੁਸੀਂ ਦੱਸਿਆ ਕਿ ਪੇਰੈਂਟਸ ਨੇ ਇੰਨੀ ਸਪੋਰਟ ਕੀਤੀ ਹੈ, ਤੁਸੀਂ ਆਪਣੇ ਸਿਬਲਿੰਗ ਦਾ ਵੀ ਜ਼ਿਕਰ ਕੀਤਾ ਤੇ ਪ੍ਰਭਵ ਨੇ ਵੀ ਆਪਣੇ ਬ੍ਰਦਰ ਬਾਰੇ ਗੱਲ ਕੀਤੀ, ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਕਿਸ ਤਰੀਕੇ ਦਾ ਹੈ ਤੁਹਾਡਾ? मेरा तो काफ़ी टॉम एंड जेरी टाइप्स है. वो लड़ता भी है, कभी कभी वो प्यार से मेरे काम भी कर देता है. जैसे मेरे एग्जाम्स होते हैं तो उसे पता होता है कि वो चुप करके बैठ जाएगा और घर के काम भी वही कर लेगा सारा. फिर जैसे अभी उसके एग्जाम्स होते हैं तो वो मेरे से हेल्प मांगने आ जाएगा, तो काफ़ी प्यारा सा रिलेशन हो जाता है. ਤਾਂ ਮਤਲਬ ਜੈਸਮੀਨ ਤੁਸੀਂ ਐਲਡਰ ਸਿਬਲਿੰਗ ਹੋ ਤੇ ਪ੍ਰਭਵ ਯੰਗਰ ਸਿਬਲਿੰਗ ਨੇ, ਤਾਂ ਇੱਕ ਬਹੁਤ ਹੀ ਡਿਫਰੈਂਟ ਡਾਇਨਾਮਿਕ ਇੱਥੇ ਸਾਨੂੰ ਇਹ ਦੇਖਣ ਨੂੰ ਮਿਲਦਾ ਵੀ ਇੱਕ ਬੰਦਾ ਆਪਣੇ ਛੋਟੇ ਬ੍ਰਦਰ ਲਈ ਇਨਸਪੀਰੇਸ਼ਨ ਹੈ ਤੇ ਇੱਕ ਆਪਣੇ ਬੜੇ ਬ੍ਰਦਰ ਤੋਂ ਇਨਸਪਾਇਰ ਹੁੰਦਾ ਪਿਆ. ਤੇ ਤੁਹਾਡਾ ਕਿਸ ਤਰੀਕੇ ਦਾ ਫਿਰ ਰਿਲੇਸ਼ਨਸ਼ਿਪ ਹੈ? ਤੁਸੀਂ ਕੀ, ਜਿਵੇਂ ਤੁਸੀਂ ਜਾਣਾ ਵੀ ਉਸੇ ਫੀਲਡ ਵਿੱਚ ਹੈ, ਆਪਣੇ ਬ੍ਰਦਰ ਦੇ ਸੇਮ ਫੀਲਡ ਵਿੱਚ ਜਾਣਾ ਹੈ, ਤਾਂ ਕੀ ਤੁਸੀਂ ਉਹਨਾਂ ਤੋਂ ਵੀ ਹੈਲਪ ਲੈਂਦੇ ਹੋ ਜੇ ਤੁਹਾਨੂੰ ਕਿਸੇ ਸਬਜੈਕਟ ਵਿੱਚ ਦਿੱਕਤ ਆ ਰਹੀ ਹੋਵੇ ਜਾਂ ਕੋਈ ਵੀ ਤਰ੍ਹਾਂ ਦੀ ਗਾਈਡੈਂਸ ਦੀ ਜ਼ਰੂਰਤ ਹੋਵੇ? ਬਿਲਕੁਲ ਡੈਫੀਨੇਟਲੀ ਹੈਲਪ ਕਾफ़ੀ ज़्यादा ज़रूरी तो मिलती भी है, क्योंकि मेरे ब्रदर ਦੀ ਵੀ ਸੇਮ ਫੀਲਡ ਹੈ. ਤਾਂ ਜੇ ਮੇਰੇ ਬ੍ਰਦਰ ਨੇ ਕੋਈ ਗਲਤੀ ਕੀਤੀ ਹੋਏਗੀ ਜਾਂ ਫਿਰ ਉਸਦੇ ਕਿਸੇ 올림픽 'ਚ ਮਾਰਕਸ ਨਹੀਂ ਆਏ ਹੋਣਗੇ ਤੇ ਮੇਰੇ ਆ ਗਏ, ਤਾਂ ਉਸਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਤੇ ਉਹ ਮੇਰੀ ਹੈਲਪ ਕਰਦੇ ਕਿ ਹਾਂ ਤੂੰ ਇਸਨੂੰ ਇਸ ਤਰ੍ਹਾਂ ਕਰ ਤਾਂ ਕਿ ਤੇਰੇ ਹੋਰ ਜ਼ਿਆਦਾ ਨੰਬਰ ਆਣ. ਕਿ ਮੇਰਾ 10th 'ਚ ਇੱਕ 올림픽 ਕਲੀਅਰ ਹੋਇਆ ਸੀ IOQM, ਤੇ ਉਸ ਤੋਂ ਬਾਅਦ ਮੈਂ RMO ਦਿੱਤਾ. RMO 'ਚ ਮੇਰੇ 25 ਮਾਰਕਸ ਸੀ, ਤਾਂ ਬਹੁਤ ਜ਼ਿਆਦਾ ਹੁੰਦੇ ਆ ਉਸ, ਕਿਉਂਕਿ 올림픽 ਕਾਫੀ ਜ਼ਿਆਦਾ ਡਿਫਿਕਲਟ ਹੁੰਦਾ ਹੈ. ਤੇ ਮੇਰੇ ਬ੍ਰਦਰ ਦੇ ਉਸ 'ਚ ਕਾਫੀ ਘੱਟ ਮਾਰਕਸ ਆਏ ਸੀ RMO 'ਚ ਤੇ ਮੇਰੇ ਜ਼ਿਆਦਾ ਆਏ ਸੀਗੇ. ਤਾਂ ਮੇਰੇ ਬ੍ਰਦਰ ਨੂੰ ਇੰਨਾ ਪ੍ਰਾਊਡ ਫੀਲ ਹੋਇਆ ਕਿ ਮੇਰੇ 25 ਮਾਰਕਸ ਹੈ. ਉਸਨੇ ਦੱਸਿਆ ਕਿ ਕੰਪਲੈਕਸ ਹੈ ਤੇ ਤੇਰੇ 25 ਮਾਰਕਸ ਬਹੁਤ ਜ਼ਿਆਦਾ ਹੈ. ਤੇ ਮੈਨੂੰ ਖੁਦ ਨੂੰ ਪ੍ਰਾਊਡ ਫੀਲ ਹੋਇਆ ਕਿ ਮੇਰਾ ਬ੍ਰਦਰ ਮੇਰੀ ਹੈਲਪ ਕਰ ਰਿਹਾ ਇਸ 올림픽 'ਚ ਤੇ ਅੱਗੇ ਜ਼ਿਆਦਾ ਪ੍ਰੈਪਰੇਸ਼ਨ 'ਚ ਮੇਰੀ ਹੈਲਪ ਕਰੇਗਾ. ਤਾਂ ਡੈਫੀਨੇਟਲੀ ਇਹ ਜੋ ਬੌਂਡ ਹੈ ਕਾਫੀ ਜ਼ਿਆਦਾ ਇੰਪੋਰਟੈਂਟ ਹੈ. ਤੇ ਇੱਕ ਨਾ ਪਿਛਲੇ ਕਾਫੀ ਸਮੇਂ ਤੋਂ ਸਾਨੂੰ ਇਹ ਕਲਚਰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਵੀ ਲੋਕ, ਬੱਚੇ ਖਾਸ ਕਰ, ਉਹ ਬਾਹਰ ਜਾਣ ਬਾਰੇ ਬਹੁਤ ਸੋਚਦੇ ਨੇ. ਬਹੁਤ ਛੋਟੀ ਉਮਰ ਵਿੱਚ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਤਾਂ ਅਬਰੋਡ ਜਾਣਾ ਹੈ, ਅਸੀਂ ਤਾਂ ਕੈਨੇਡਾ ਜਾਣਾ ਹੈ ਜਾਂ UK ਜਾਣਾ ਹੈ, ਜਿੱਥੇ ਵੀ ਉਹਨਾਂ ਨੂੰ ਲੱਗਦਾ ਵੀ ਅਸੀਂ ਸੈਟਲ ਹੋ ਸਕਦੇ ਹਾਂ. ਤਾਂ ਤੁਸੀਂ ਇੱਕ 10th ਕਲਾਸ ਦੇ ਬੱਚੇ ਨੂੰ ਵੀ ਜੇ ਗੱਲ ਪੁੱਛੋਗੇ ਵੀ ਤੁਸੀਂ ਵੱਡੇ ਹੋ ਕੇ ਕੀ ਕਰਨਾ ਹੈ, ਤਾਂ ਉਹਨਾਂ ਦਾ ਪਹਿਲਾ ਜਵਾਬ ਇਹ ਹੁੰਦਾ ਹੈ ਅਸੀਂ ਤਾਂ ਬਾਹਰ ਜਾਣਾ ਹੈ, ਸਾਡਾ ਤਾਂ ਸੈੱਟ ਹੈ, ਅਸੀਂ ਤਾਂ ਬਾਹਰ ਜਾਣਾ, ਬਸ ਵੀ +1 +2 ਇੱਥੋਂ ਕਰ ਲੈਣੀ ਹੈ, ਉਸ ਤੋਂ ਬਾਅਦ IELTS ਦਾ ਪੇਪਰ ਦੇ ਕੇ ਆਪਾਂ ਤਾਂ ਬਾਹਰ ਚਲੇ ਜਾਣਾ ਹੈ ਤੇ ਬਾਹਰ ਜਾ ਕੇ ਜੋ ਵੀ ਉਹਨਾਂ ਦਾ ਅੱਗੇ ਐਸਪੀਰੇਸ਼ਨ ਹੁੰਦੀਆਂ ਨੇ ਉਹ ਦੱਸਦੇ ਨੇ. ਤਾਂ ਤੁਸੀਂ ਇਹ ਕਿਸ ਪੁਆਇੰਟ ਤੇ ਡਿਸਾਈਡ ਕੀਤਾ ਵੀ CA ਬਣਨਾ ਹੈ, ਇੰਡੀਆ ਵਿੱਚ ਰਹਿਣਾ ਤੇ ਇੰਜੀਨੀਅਰ ਬਣਨਾ ਹੈ, IIT ਵਿੱਚ ਪੜ੍ਹਨਾ ਹੈ? ਇਹ ਤੁਸੀਂ ਕਿਸ ਟਾਈਮ ਤੇ ਡਿਸਾਈਡ ਕੀਤਾ ਤੇ ਕਿਉਂ, ਉਹਦੇ ਪਿੱਛੇ ਕੀ ਕਾਰਨ ਸੀ? जब हम छोटे होते हैं तब तो अट्रैक्शन होती है कि बाहर जाएंगे, घूमेंगे, वहाँ पे जॉब करेंगे, वहाँ पे डिफरेंट इन्वायरमेंट मिलेगा. पर जैसे जैसे बड़े होते हैं, अभी जैसे मैंने CA बनना है तो CA में तो मैंने सर्व ही इंडिया में करना है. एक और कोर्स होता है वो ACCA होता है, वो लाइक UK में होता है वगैरह वगैरह. तो उस बारे में मैंने कभी सोचा नहीं. मैंने CA बनना है तो वो इंडिया में ही सर्व करूँगी मैं. जैसे छोटे बच्चे होते हैं उसका ड्रीम होता है बाहर जाना है, पर बड़े होकर रियलाइज़ होता है कि बाहर जाके जो अपॉर्चुनिटी मिलेगी दैट इज़ फार लेस देन जो इंडिया में मिलेगी. तो इंडिया में जैसे जो जॉब कल्चर है वो काफ़ी ज़्यादा है, पर जो बाहर वाली कंट्रीज़ में है वो काफ़ी ज़्यादा डाउनग्रेडेड है, क्योंकि वहाँ पे जाके तुम कैसी जॉब करोगे, कहीं वर्क करोगे या फिर 9 to 5 जॉब होएगी, तो वो इतना अच्छा नहीं होता. जैसे इंडिया में हम अपने कंफर्ट जोन में हैं तो वो काफ़ी बेटर है रादर देन बाहर जाना. ਤੇ
ਜਾਂਦੇ ਜਾਂਦੇ ਤੁਸੀਂ ਆਪਣੇ ਜਿਹੜੇ ਸਾਡੇ ਸਰੋਤੇ ਨੇ, ਜਿਹੜੇ ਤੁਹਾਡੇ ਹਾਣ ਦੇ ਵੀ ਬੱਚੇ ਜਾਂ ਤੁਹਾਡੇ ਤੋਂ ਛੋਟੇ ਬੱਚੇ ਵੀ ਕੋਈ ਸੁਣ ਰਹੇ ਹੋਣ ਜਾਂ ਪੇਰੈਂਟਸ ਸੁਣ ਰਹੇ ਹੋਣ, ਤਾਂ ਉਹਨਾਂ ਨੂੰ ਤੁਸੀਂ ਕੀ ਆਪਣੇ ਵੱਲੋਂ ਮੈਸੇਜ ਦੇਣਾ ਚਾਹੋਗੇ ਵੀ ਕਿਵੇਂ ਉਹ ਪੜ੍ਹਾਈ ਵੱਲ ਵੱਧ ਧਿਆਨ ਦੇ ਸਕਦੇ ਨੇ, ਜਾਂ ਕਿਵੇਂ ਉਹ ਬੈਲੈਂਸ ਕਰਕੇ ਚੱਲ ਸਕਦੇ ਨੇ, ਜਾਂ ਕਿਵੇਂ ਜਿਹੜਾ ਉਹ ਕੰਮ ਕਰ ਰਹੇ ਨੇ ਉਹਨੂੰ ਉਹ ਇੰਜੋਏ ਕਰ ਸਕਦੇ ਨੇ? जैस्मिन, मेरे अकॉर्डिंग तो आपको कंसिस्टेंसी बनाए रखनी पड़ेगी, रोज रोज काम करना पड़ेगा। देन आप जो भी कर रहे हो आप उसको एंजॉय करो ऑब्वियसली, क्योंकि मुझे जो है स्पेसिफिकली मेरे को पढ़ना बहुत पसंद था। एंड आप अगर आप एक्स्ट्रा करिकुलर एक्टिविटीज़ भी कर रहे हो तो आप रात को कर सकते हो, आपका कभी स्ट्रेस हो रहा है तो आप तब कर सकते हो वो वाली एक्टिविटीज़, एंड इससे ठीक बैलेंस हो जाता है आपकी लाइफ का। मेरा जो मेन मैसेज मैं देना चाहता हूँ दैट इज़ कि तुम जो भी कर रहे हो, चाहे पढ़ाई भी कर रहे हो, चाहे कुछ और कर रहे हो, चाहे स्पोर्ट्स की फील्ड में जा रहे हो, चाहे सीए बन रहे हो, चाहे डॉक्टर बन रहे हो, तुम उस चीज़ को एंजॉय करो। तुम उसको एज एन ऑक्यूपेशनल प्रेशर मत लो कि मैंने करना ही करना है, और अगर नहीं किया मैंने तो मेरे साथ पता नहीं क्या हो जाएगा। ज़्यादा से ज़्यादा तुम्हारे मार्क्स कम आ जाएंगे, या फिर तुम एक पर्टिकुलर टाइम के लिए थोड़े से दुखी हो जाओगे कि मेरे से नहीं हुआ ये। पर अगर तुम उसको लॉन्ग टर्म के लिए सोच रहे हो तो तुम डेफिनेटली उसको एंजॉय करो कि यार मेरे कम नंबर आए तो मैं उसके ऊपर हार्डवर्क करूँगा। और अगर तुम हार्डवर्क करके उसके ऊपर तुम मार्क्स अच्छे ला रहे हो तो तुम्हें एक खुद की मोटिवेशन मिलेगी कि हाँ मेरे को हार्डवर्क करके ही नंबर आ रहे हैं। तो जैसे हमें पता होता है कि हार्डवर्क करके नंबर आएंगे, तो हमें एज अ प्रैक्टिकली फील नहीं हुआ कि ऐसे कभी वर्क भी करता है। पर अगर तुम उसको खुद से तुम कर रहे हो, कोशिश कर रहे हो, और तुम्हारे मार्क्स भी आ रहे हो, तुम खुद देख रहे हो कि हाँ इसी के कारण मार्क्स आ रहे हैं मेरे, तो तुम्हें डेफिनेटली रियलाइज़ होगा कि हार्ड वर्क इज़ डेफिनेटली समथिंग दैट वी हैव टू पुट इन। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਵਾਂ ਦਾ। ਤੇ ਬਹੁਤ ਛੋਟੀ ਉਮਰ ਵਿੱਚ ਹੀ ਤੁਸੀਂ ਬਹੁਤ ਜ਼ਿਆਦਾ ਗਿਆਨ ਵਾਲੀਆਂ ਗੱਲਾਂ ਕਰ ਰਹੇ ਹੋ, ਬਹੁਤ ਇਨਸਪਾਇਰਿੰਗ ਗੱਲਾਂ ਕਰ ਰਹੇ ਹੋ, ਤੇ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਸਰੋਤੇ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਜੈਸਮਿਨ ਤੇ ਪ੍ਰਭਵ ਤੋਂ। ਤੇ ਇਸੇ ਦੇ ਨਾਲ ਮੈਨੂੰ ਅਲੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ।